हेलो एवरीवन, गुड मॉर्निंग। ठीक है, अपना नैक्सट पॉइंट है इट रिएक्ट्स यूनीकली टू मार्केटिंग एफर्ट्स। मतलब ਤੁਹਾਡਾ ਜਿਹੜਾ ਸੈਗਮੈਂਟ ਤੁਸੀਂ ਪ੍ਰੋਪਰ ਤਰੀਕੇ ਨਾਲ ਬਣਾ ਰਹੇ ਹੋ ਉਹ ਯੂਨੀਕ ਵੇ ਦੇ ਵਿੱਚ ਬਣਾਉਣਾ ਚਾਹੀਦਾ ਤੁਹਾਨੂੰ। ਡਿਫਰੈਂਟ ਸੈਗਮੈਂਟ ਅੰਡਰਸ ਦੇ ਰਿਸਪੌਂਡ ਇਨ ਅ ਯੂਨੀਕ ਵੇ ਟੂ ਅ ਪਰਟੀਕੂਲਰ ਮਾਰਕੀਟਿੰਗ ਐਫਰਟਸ ਹਾਰਡਲੀ ਜਸਟੀਫਾਈ ਦ ਯੂਜ਼ ਆਫ ਸੈਪਰੇਟ ਮਾਰਕੀਟਿੰਗ ਪ੍ਰੋਗਰਾਮਸ। ਹੁਣ ਅਗਰ ਤੁਸੀਂ ਇੱਕ ਸੈਗਮੈਂਟ ਬਣਾ ਲਈ ਪ੍ਰੋਪਰ ਹਾਈ ਇਨਕਮ, ਲੋ ਇਨਕਮ ਅਤੇ ਮੀਡੀਅਮ ਇਨਕਮ ਵਾਲੇ ਲੋਕਾਂ ਲਈ, ਅਗਰ ਤੁਸੀਂ ਉਸਨੂੰ ਪ੍ਰੋਪਰਲੀ ਯੂਨੀਕ ਤਰੀਕੇ ਨਾਲ ਨਹੀਂ ਬਣਾਓਗੇ ਤਾਂ ਕਿਵੇਂ ਤੁਸੀਂ ਡਿਫਰੈਂਸ਼ੀਏਟ ਕਰੋਗੇ other marketing programs though. Put in other words, every efficient marketer is aiming at equal marginal response from the last unit of the marketing applied in each marketing। मतलब ਇਹ ਹਰ ਮਾਰਕੀਟਰ ਜੋ ਹਰ ਮਾਰਕੀਟਿੰਗ ਮੈਨੇਜਮੈਂਟ ਨੂੰ ਹੋਏਗਾ ਕਿ ਸਾਨੂੰ ਇਕੁਅਲੀ ਰਿਸਪੌਂਸ ਮਿਲੇ, ਇਕੁਅਲੀ ਪ੍ਰੋਫਿਟ ਮਿਲੇ ਸਾਡੇ ਈਚ ਸੈਕਟਰ, ਈਚ ਸੈਗਮੈਂਟ ਤੋਂ। That is, all the segments must not result in the same program and level of spending. Thus, a given segmentation to be meaningful should differ in its response of marketing efforts। मतलब ਜੋ ਵੀ ਤੁਸੀਂ ਸੈਗਮੈਂਟੇਸ਼ਨ ਪ੍ਰੋਪਰ ਤਰੀਕੇ ਨਾਲ ਬਣਾ ਰਹੇ ਹੋ ਉਹ ਤੁਹਾਡੀ ਇੱਕ ਯੂਨੀਕ ਵੇ ਦੇ ਨਾਲ, ਬੇਸਿਕਲੀ ਇਸ ਦਾ ਮਤਲਬ ਇਹੀ ਹੈ ਕਿ ਜਿਵੇਂ ਤੁਸੀਂ ਅਗਰ ਨੋਰਮਲ, ਵੈਸੇ ਤਾਂ ਦੇਖੋ ਲੋਕ ਪਹਿਚਾਣ ਨਹੀਂ ਜਾਣਗੇ ਕੋਸਟ ਤੋਂ ਕਿ ਇਹ ਹਾਈ ਇਨਕਮ ਲੋਕ ਲੈ ਸਕਦੇ ਆ, ਮੀਡੀਅਮ ਇਨਕਮ ਲੋਕ ਲੈ ਸਕਦੇ ਆ ਜਾਂ ਲੋਅਰ ਲੈਵਲ ਦੇ ਲੋਕ ਲੈ ਸਕਦੇ ਆ। ਠੀਕ ਹੈ, ਬਟ ਨਹੀਂ, ਇਹ ਚੀਜ਼ ਆਪਾਂ ਅਗਰ ਇਸ ਨੂੰ ਹੋਰ ਯੂਨੀਕ ਵੇ ਤਰੀਕੇ ਨਾਲ, ਹੋਰ ਮੀਨਿੰਗਫੁਲ ਤਰੀਕੇ ਨਾਲ ਅਗਰ ਮਤਲਬ ਯੂਨੀਕ ਤਰੀਕੇ ਨਾਲ ਬਣਾਉਂਦੇ, ਅਗਰ ਇਹ 'ਤੇ ਮਾਰਕੀਟਿੰਗ ਐਫਰਟਸ ਅਗਰ ਆਪਾਂ ਜ਼ਿਆਦਾ ਲਗਾਉਂਦੇ ਹਾਂ ਤਾਂ ਆਪਣੀ ਪ੍ਰੋਫਿਟ ਵੀ ਆਪਾਂ ਨੂੰ ਜ਼ਿਆਦਾ ਜਨਰੇਟ ਹੁੰਦਾ। ਡਿਫਰਿੰਗ responses will help in optimizing the marketing operations by changing marketing efforts and amount involved। ठीक है, नेक्स्ट पॉइंट की है, इट इज़ रिलेटिवली स्टेबल ओवर अ पीरियड ऑफ टाइम। ਹੁਣ ਇਹ ਨਹੀਂ ਹੋਣਾ ਚਾਹੀਦਾ, ਤੁਹਾਡੇ ਲੌਂਗ ਰੇਂਜ ਪਲਾਨਸ ਬਣਾਉਣੇ ਚਾਹੀਦੇ ਨੇ, ਲਾਈਕ ਪ੍ਰੋਜੈਕਟ ਅਪ ਟੂ 3 to 5 years into the future। ਠੀਕ ਹੈ, ਮੋਰ ਐਵਰ ਲੀਡ ਟਾਈਮ of the up to the year is often needed to analyze market and to prepare a plan। ਮਤਲਬ ਲੀਡ ਟਾਈਮ ਵੈਸੇ 1 ਸਾਲ ਤੋਂ ਵੱਧ ਤਾਂ ਲੱਗ ਹੀ ਜਾਂਦਾ ਕਿ ਪ੍ਰੋਪਰ ਮਾਰਕੀਟਿੰਗ ਨੂੰ ਐਨਾਲਾਈਜ਼ ਕਰਨਾ, ਪ੍ਰੋਪਰ ਇੱਕ ਪਲਾਨ ਬਣਾਉਣਾ। Therefore, the segments that emerge rapidly and disappear just as quickly do not offer very good marketing opportunities for a firm that allows the generally accepted approach। मतलब अगर segment जनरली बहुत जल्दी डिसअपीयर हो जाती है, क्विकली बंद हो जाती है, अच्छी गुड अपॉर्चुनिटीज़ नहीं लैके आती मार्केट के विच, ते फॉर्म जनरली मतलब उसको एक्सैप्ट नहीं कर पाती ये चीज़। ओनली हाईली इनोवेटिव एंटरप्रेन्योर्स कैन एट कंसिडरेबल अमाउंट ऑफ रिस्क अटैम्प्ट टू सर्व दीज सेगमेंट्स। ਜਿਹੜੀਆਂ ਇੰਟਰਪ੍ਰੀਨਿਓਰਸ ਹੁੰਦੀਆਂ ਨੇ, ਇਨੋਵੇਟਿਵ ਐਂਟਰਪ੍ਰੀਨਿਓਰਸ ਹੁੰਦੀਆਂ ਨੇ, ਜਿਨ੍ਹਾਂ ਨੂੰ ਰਿਸਕ ਲੈਣਾ ਅੱਛਾ ਲੱਗਦਾ, ਉਹੀ ਇਸ ਸੈਗਮੈਂਟਸ ਨੂੰ ਬਣਾ ਸਕਦੀਆਂ ਨੇ। ਇਟ ਇਜ਼ ਓਨਲੀ ਐਨ ਐਕਸੈਪਸ਼ਨਲ ਕੇਸ ਦੈਨ ਅ ਰੂਲ। ਇਹ ਕੋਈ ਰੂਲ ਨਹੀਂ ਹੈ ਕਿ ਯੂ ਹੈਵ ਟੂ ਮੇਕ ਅ ਸੈਗਮੈਂਟ, ਨੋ, ਯੂ ਡੋਂਟ ਹੈਵ ਟੂ ਮੇਕ ਅ ਸੈਗਮੈਂਟ ਐਜ਼, ਮਤਲਬ ਇਹ ਕੋਈ ਰੂਲ ਨਹੀਂ ਹੈ। ਬਟ ਠੀਕ ਹੈ, ਤੁਸੀਂ ਅਗਰ ਆਪਣੀ ਕੰਪਨੀ ਦੀ ਮਤਲਬ ਸੇਲ ਵਧਾਉਣੀ ਹੈ, ਰੈਪੂਟੇਸ਼ਨ ਵਧਾਉਣੀ ਹੈ, ਗੁੱਡਵਿਲ ਵਧਾਉਣੀ ਹੈ, ਆਪਣੀ ਕੰਪਨੀ ਨੂੰ ਮਤਲਬ ਗੁੱਡ ਆਈਜ਼ ਦੇ ਵਿੱਚ ਲੈ ਕੇ ਆਉਣਾ, ਦੈਨ ਯੂ ਨੀਡ ਟੂ ਮੇਕ ਅ ਸੈਗਮੈਂਟਸ। ਇਟ ਇਜ਼ ਡਾਇਨਾਮਿਕ। ਹੁਣ ਇਹ ਨਹੀਂ ਹੋਣਾ ਚਾਹੀਦਾ, ਠੀਕ ਹੈ, ਉੱਪਰ ਤੁਸੀਂ ਪੁਆਇੰਟਸ, ਦੋਨੋਂ ਪੁਆਇੰਟਸ 'ਚ ਕਨਫਿਊਜ਼ ਨਾ ਹੋਈਓ। ਉੱਪਰਲੇ ਪੁਆਇੰਟ 'ਚ ਕੀ ਹੈ ਕਿ ਯੈਸ ਯੂ ਹੈਵ ਟੂ ਮੇਕ ਅ ਸੈਗਮੈਂਟ ਐਟਲੀਸਟ ਫॉर 3 to 5 years ਇਨ ਟੂ ਦ ਫਿਊਚਰ। ਬਟ ਡਾਇਨਾਮਿਕ ਕੀ ਹੈ ਕਿ ਤੁਹਾਨੂੰ ਇੱਕ ਸਟੇਬਲ ਨਹੀਂ ਰਹਿਣਾ ਚਾਹੀਦਾ ਇੱਕ ਮਤਲਬ ਸੈਗਮੈਂਟ। ਅਗਰ ਤੁਸੀਂ ਇੱਕ ਸੈਗਮੈਂਟ ਬਣਾ ਲਈ, ਇਹ ਨਹੀਂ ਹੈਗਾ ਕਿ ਤੁਸੀਂ ਮਤਲਬ ਤੁਹਾਡੀ ਸੈਗਮੈਂਟ ਬਣਾ ਲਈ ਤਾਂ ਤੁਹਾਡੀ ਪ੍ਰੋਬਲਮ ਸੋਲਵ ਹੋ ਗਈ। ਸਪੋਜ਼ ਇੱਕ ABC ਲਿਮਿਟਿਡ ਕੰਪਨੀ ਹੈ, ਉਸਨੇ ਹਾਈ ਲੈਵਲ, ਮੀਡੀਅਮ ਲੈਵਲ ਅਤੇ ਲੋਅਰ ਲੈਵਲ ਦੀ ਕਾਰ मैन्युफैक्चरिंग करनी है। ठीक है, बस उसने बना तो ली चीज़ ये, बट ठीक है उसने कोई डिफरेंट ही नहीं, मतलब अप्रोच नहीं हुन यूज़ कर लिया, उससे चेंज नहीं वो लैके आ रहा, तो उसकी जल्दी तो जल्दी वो बंद हो जाएगी। तो डायनेमिक मतलब की है कि चेंज इज़ अ मस्ट, क्योंकि द मार्केटिंग इज़ चेंजिंग कॉन्सटेंटली। मार्केटिंग चेंज होंदी रहती है, हर दिन नवी मार्केट आती है। द segments are to lose aggregation subject to modification। मतलब segments ਨੂੰ ਜਿੰਨੇ ਤੱਕ ਆਪਾਂ ਮੋਡੀਫਾਈ ਨਹੀਂ ਕਰਾਂਗੇ ਤਾਂ ਆਪਣੀ ਸੈਗਮੈਂਟਸ ਖਰਾਬ ਹੋਣ ਲੱਗ ਜਾਣਗੀਆਂ। ਟੈਕਨੋਲੋਜੀ, ਕੰਪੀਟੀਸ਼ਨ, ਪਰਸੈਪਸ਼ਨ, ਐਟੀਟਿਊਡਸ ਆਲ ਔਰ ਵੋਲੇਟਾਈਲ, ਮਤਲਬ ਇਹ ਚੇਂਜ ਹੁੰਦੇ ਰਹਿੰਦੇ ਆ। ਬਿਕੋਜ਼ ਆਫ ਸਚ ਚੇਂਜਸ ਮਾਰਕੀਟਰ ਮਸਟ ਮੋਨੀਟਰ ਦ ਮਾਰਕੀਟ ਕੌਨਸਟੈਂਟਲੀ ਟੂ ਡਿਟੈਕਟ ਦ ਚੇਂਜਸ ਇਨ ਇਟ ਟੂ ਅਡੈਪਟ ਦ ਸਟ੍ਰੈਟਜੀ ਅਕੋਰਡਿੰਗਲੀ। ਮਤਲਬ ਜੋ ਵੀ ਇਹ ਚੇਂਜਸ ਆਉਂਦੇ ਨੇ ਉਸ ਦੇ ਅਕੋਰਡਿੰਗ ਤੁਸੀਂ ਆਪਣੇ ਆਪ ਨੂੰ ਚੇਂਜ ਕਰੋ ਅਤੇ ਆਪਣੇ ਅਡੈਪਟ ਕਰੋ ਉਸ ਤਰ੍ਹਾਂ ਦੀਆਂ ਸਟ੍ਰੈਟਜੀਜ਼ ਇਹਨਾਂ ਦੇ ਅਕੋਰਡਿੰਗ। ठीक है, इन अ नटशेल इट इज़ क्लीयर दैट, इन अ नटशेल मतलब एक थोनों इकट्ठे दस रहे चीज़ की है। इट इज़ क्लीयर दैट नो पर्टिकुलर स्ट्रैटेजी सुपीरियर टू अदर ऑलवेज। मतलब यह नहीं होंदा कि यू हैव टू like you have a one strategy that is considering among all the conditions, no, you have to मतलब you have to obtain a different strategy among different
मतलब सिचुएशंस दैट इज shrewd market cannot rely on a particular strategy particular strategy ਤੇ ਆਪਾਂ ਨਹੀਂ ਰਿਲਾਈ ਕਰ ਸਕਦੇ as marketing is a dynamic entity marketing dynamic entity ਹੈ ਉਹ ਚੇਂਜ ਹੁੰਦੀ ਰਹਿੰਦੀ ਹੈ continuously with the ਮਤਲਬ that warrant adopting ਇਹ ਆਪਾਂ ਸੁਜੈਸ਼ਨ ਨਹੀਂ ਹੁੰਦਾ ਕਿ that you have to adopt a particular strategy it is a scientific study of the set of the changing circumstances that gives the way out as to which is the best strategy under given circumstances मतलब ਤੁਹਾਨੂੰ ਪ੍ਰੋਪਰਲੀ ਤਰੀਕੇ ਨਾਲ ਰੀਡ ਕਰਨਾ ਚਾਹੀਦਾ ਕਿ ਇੱਕ ਸਭ ਮਤਲਬ ਸਰਕਮਸਟੈਂਸਿਸ ਦੇ ਵਿੱਚ ਤੁਹਾਡੀ ਬੈਸਟ ਸਟ੍ਰੈਟਜੀ ਹੈ ਜੋ ਤੁਹਾਨੂੰ ਅਪਾਇੰਟ ਕਰਨੀ ਹੈ ਜੋ ਤੁਹਾਨੂੰ ਮੈਕਸਿਮਮ ਟੂ ਮੈਕਸਿਮਮ ਬੈਨੀਫਿਟ ਦੇ ਸਕਦੀ ਹੈ ਨੈਕਸਟ ਕੀ ਹੈ ਮਾਰਕੀਟ ਸੈਗਮੈਂਟਸ ਐਂਡ ਮਾਰਕੀਟਿੰਗ ਮਿਕਸ ਇਹ ਕਈ ਵਾਰ ਕੀ ਹੁੰਦਾ ਇਹਨਾਂ ਨੂੰ ਆਪਾਂ ਦੋਨਾਂ ਨੂੰ ਐਜ਼ ਅ ਇੰਟਰ ਰਿਲੇਸ਼ਨ ਕੋ ਮਤਲਬ ਅਲਾਈਨਸ ਬਿਟਵੀਨ ਮਾਰਕੀਟ ਸੈਗਮੈਂਟਸ ਐਂਡ ਮਾਰਕੀਟ ਮਿਕਸ ਆਪਾਂ ਦੋਨੋਂ यूज़ कर सकते हैं रिलेशनशिप बना सकते हैं इन्होंने विच की होंगे कि आप फस्ट आप बना लो मैं थोड़ा वैसे थ्योरली दस रही हाँ फस्ट आप बना लो सैगमेंट्स बना ले ठीक है अपने बना ले डिफरेंट सैगमेंट्स फिर ईच सैगमेंट में तुसी मार्केटिंग मिक्स के अकॉर्डिंग डायनामिक चेंज करो उसकी प्रमोशन करो उसकी सेल करो उसकी मतलब किस तरह के भी जो आप मार्केटिंग मिक्स के एक्टिविटीज़ पढ़ के आए वो सारिया उस प्रोडक्ट के रिलेटेड कंटिन्यू रखो ठीक है In the first possibility, the direction is from market segmentation to marketing mix. Direction किधर वालों जाती है? Market segmentation to marketing mix. Here, the company assumes certain things about a segment and then prepares a marketing mix on these assumptions. ਪਹਿਲਾਂ ਕੰਪਨੀ ਕੀ ਬਣਾਉਂਦੀ ਹੈ ਕੁਝ ਸੈਗਮੈਂਟ ਬਣਾਉਂਦੀ ਹੈ ਫਿਰ ਉਸਨੂੰ ਪ੍ਰਿਪੇਅਰ ਕਰਦੀ ਹੈ ਫਿਰ ਉਸਦੇ ਲਈ ਮਾਰਕੀਟਿੰਗ ਮਿਕਸ ਆਪਾਂ ਪ੍ਰਿਪੇਅਰ ਕਰਦੇ ਹਾਂ ਔਨ ਦ ਬੇਸਿਸ ਆਫ ਥੀਸ ਅਜ਼ੰਪਸ਼ਨਸ For instance, it is safe for stereo manufacturers to assume that the young single segment of the music market will need the latest in hi-fi equipment and will be willing to pay for it. ਮਤਲਬ ਸਟੀਰੀਓ ਮੈਨੂਫੈਕਚਰਰਸ ਨੇ ਉਹਨਾਂ ਨੂੰ ਹੁੰਦਾ ਕਿ ਜਿਹੜੀ ਯੰਗ ਸਿੰਗਲ ਸੈਗਮੈਂਟਸ ਹੁੰਦੀ ਹੈ ਜਿਵੇਂ ਆਪਣੇ ਵਰਗੀ ਜਨਰੇਸ਼ਨਸ ਹੋ ਗਈ ਉਹਨਾਂ ਨੂੰ ਹਾਈ-ਫਾਈ ਇਕਵਿਪਮੈਂਟਸ ਲੈਣੇ ਪਸੰਦ ਨੇ ਅਤੇ ਉਹ ਮਤਲਬ ਹਾਈ ਟੂ ਹਾਈ ਵੀ ਪੇ ਕਰ ਸਕਦੇ ਆ In case a second possibility, the direction is from marketing mix to the market segmentation. ਪਹਿਲਾਂ ਕੀ ਕਰੋ ਇਹ ਤਾਂ ਫਸਟ ਪੋਸੀਬਿਲਿਟੀ ਹੋਗੀ ਕਿ ਫਸਟ ਤੁਸੀਂ ਸੈਗਮੈਂਟਸ ਬਣਾਓ ਫਿਰ ਤੁਸੀਂ ਹਾਈ-ਫਾਈ ਇਕਵਿਪਮੈਂਟ ਬਣਾਓ ਮਾਰਕੀਟਿੰਗ ਮਿਕਸ ਕਰੋ ਸੈਕਿੰਡ ਪੋਸੀਬਿਲਿਟੀ ਕੀ ਹੈ ਮਾਰਕੀਟਿੰਗ ਮਿਕਸ ਟੂ ਮਾਰਕੀਟ ਸੈਗਮੈਂਟੇਸ਼ਨ ਓਪੋਜ਼ਿਟ It implies that the company already has the product in hand. Product company ਦੇ ਕੋਲ ਹੈ ਹੱਥਾਂ ਦੇ ਵਿੱਚ and that the market is crowded with the similar items. Market ਦੇ ਵਿੱਚ ਬਹੁਤ ਸਾਰੇ ਮਤਲਬ similar items ਹੀ ਹੈ ਠੀਕ ਹੈ ਕਿ similar items ਹੀ ਹੈ market ਦੇ ਵਿੱਚ The company studies the market to see if there is a correlation between the certain buyers and the certain brands of product instead of taking a blind plunge in the fray. मतलब उसको देखना चाहिए कि स्टडी करना चाहिए कि की रिलेशन बिटवीन बायर्स एंड रिलेशन बिटवीन देयर प्रोडक्ट्स वो की बाय कर रहे ने ठीक है की नहीं बाय ਕੰਪਨੀ ਨੂੰ ਪ੍ਰੋਪਰ ਥੋਰਲੀ ਸਟੱਡੀ ਕਰਨਾ ਚਾਹੀਦਾ ਕਿ ਸਰਟਨ ਬਾਇਰਸ ਕੀ ਨੇ ਸਰਟਨ ਬ੍ਰਾਂਡਸ ਆਫ ਪ੍ਰੋਡਕਟ ਕੀ ਨੇ ਰਾਦਰ ਦੈਨ ਕਿ ਤੁਸੀਂ ਇੱਕੋਦਮ ਆਪਣੀ ਜੁਆਇਨ ਕਰ ਲਓ ਕੰਪੀਟੀਸ਼ਨ ਬਲਾਈਂਡ ਪਲੰਜ ਇਨ ਦ ਫਰੇ ਮਤਲਬ ਕਿ ਬਲਾਈਂਡਲੀ ਜੁਆਇਨ ਕਰ ਲਓ ਕੰਪੀਟੀਸ਼ਨ ਨੂੰ ਨੋ ਤੁਹਾਨੂੰ ਪ੍ਰੋਪਰਲੀ ਥੋਰਲੀ ਸਟੱਡੀ ਕਰਨਾ ਚਾਹੀਦਾ ਫॉर इंस्टेंस if the company finds that college students wear mainly one brand of a baggy pants it has then better idea of how to plan an effective marketing strategy ਅਗਰ ਕਾਲਜ ਮਤਲਬ ਇਹਨਾਂ ਨੂੰ ਪਤਾ ਚੱਲ ਹੁਣ ਇਹਨਾਂ ਕੋਲ ਪਹਿਲਾਂ ਕੀ ਇਹ ਪ੍ਰੋਡਕਟ ਹੈ ਪਹਿਲਾਂ ਇਹਨਾਂ ਨੇ ਕੀ ਲੱਭੇ ਸੀ ਕਸਟਮਰਸ ਦੈਨ ਦੇ ਇਹਨਾਂ ਨੇ ਪ੍ਰੋਡਕਟ ਬਣਾਏ ਸੀ ਹੁਣ ਇੱਥੇ ਕੀ ਇਹਨਾਂ ਕੋਲ ਪ੍ਰੋਡਕਟ ਹੈ ਫਿਰ ਇਹਨਾਂ ਨੇ ਕਸਟਮਰਸ ਲੱਭੇ ਕਿ ਇਹਨਾਂ ਨੂੰ ਇਫੈਕਟਿਵ ਮਾਰਕੀਟਿੰਗ ਸਟ੍ਰੈਟਜੀ ਬਣਾਓ ਕਿ ਕਾਲਜ ਸਟੂਡੈਂਟਸ ਨੂੰ ब्रांड बैगी पैंट्स का बड़ा अच्छा लगता है तो कंपनी रिव्यूज़ द प्रोडक्ट सेवरल टाइम टू मीट द नीड्स ऑफ न्यू कंपनी अपने रिवाइज़ करती रहती है प्रोडक्ट ਨੂੰ ਕਿ ਤੁਹਾਨੂੰ ਮਾਰਕੀਟ ਦੇ ਟਾਰਗੇਟਸ ਨੂੰ ਪ੍ਰੋਪਰਲੀ ਤਰੀਕੇ ਨਾਲ ਤੁਸੀਂ ਕਿਵੇਂ ਮਤਲਬ ਫੁੱਲਫਿਲ ਕਰਨਾ ਹੈ ਤੇ ਕਿਵੇਂ ਉਸ ਨੂੰ ਮੀਟ ਕਰਨਾ ਟਾਈਮ ਟੂ ਟਾਈਮ ਨੈਕਸਟ ਕੀ ਹੈ ਟਾਰਗੇਟ ਮਾਰਕੀਟਿੰਗ ਕੀ ਹੁੰਦੀ ਹੈ ਜਿੱਦਾਂ ਮੈਂ ਤੁਹਾਨੂੰ ਐਗਜ਼ਾਮਪਲ ਦਿੱਤੀ ਸੀ ਉੱਪਰ ਕਿ ਲਾਈਕ ਸੋ ਐਂਡ ਸੋ ਕੰਪਨੀ ਹੈ ABC ਲੈਟ ਕਰ ਲੈਣਾ ਕੰਪਨੀ ਉਹਨਾਂ ਨੇ ਆਪਣੀ ਸੈਗਮੈਂਟੇਸ਼ਨਸ ਬਣਾ ਲਈਆਂ ਕਿ ਅਸੀਂ ਪ੍ਰੋਡਕਟ ਬਣਾਵਾਂਗੇ ਹਾਈ ਲੈਵਲ ਇਨਕਮ ਕਸਟਮਰਸ ਲਈ ਮੀਡੀਅਮ ਇਨਕਮ ਕਸਟਮਰਸ ਲਈ ਜਾਂ ਲੋ ਲੈਵਲ ਆਫ ਇਨਕਮ ਕਸਟਮਰਸ ਲਈ ਕਿਹਦੀ ਮੈਨੂਫੈਕਚਰਿੰਗ ਕਰਦੇ ਆ ਇਹ ਕਾਰ ਦੀ ਮੈਨੂਫੈਕਚਰਿੰਗ ਕਰਦੇ ਆ ਓਕੇ ਦੈਨ ਹੁਣ ਇਹਨਾਂ ਨੇ ਕੀ ਕੀਤਾ ਕਿ ਇਹਨਾਂ ਨੇ ਹੁਣ ਟਾਰਗੇਟ ਰੱਖਣਾ ਸੈਗਮੈਂਟਸ ਇਹਨਾਂ ਨੇ ਬਣਾ ਲਈਆਂ ਫਿਰ ਇਹਨਾਂ ਨੇ ਦੇਖਣਾ ਕਿ ਇੱਕ ਸੈਗਮੈਂਟ ਨੂੰ ਪਰਟੀਕੂਲਰ ਸੈਗਮੈਂਟਸ ਨੂੰ ਕਿਹੜੀ ਕਾਰ ਦੀ ਰਿਕੁਆਇਰਮੈਂਟ ਹੈ ਕੀ ਫੈਸਿਲਿਟੀਜ਼ ਉਸ ਨੂੰ ਅਸੀਂ ਦੇਵਾਂਗੇ ਹੈ ਨਾ ਕਿਸ ਤਰ੍ਹਾਂ ਦੀ ਮੋਡੀਫਿਕੇਸ਼ਨਸ ਅਸੀਂ ਪ੍ਰੋਡਕਟ ਦੇ ਵਿੱਚ ਲੈ ਕੇ ਆਉਣੀ ਹੈ ਅਤੇ ਕਿਸ ਤਰ੍ਹਾਂ ਦਾ ਪ੍ਰੋਡਕਟ ਬਣਾਉਣਾ ਹੈ
Market segmentation is the process of matching the needs of consumers with company by grouping into relatively homogeneous product. ਪਤਾ ਲੱਗ ਗਿਆ ਮਾਰਕੀਟ ਸੈਗਮੈਂਟੇਸ਼ਨ ਦੀ ਹੀ ਡੈਫੀਨੇਸ਼ਨ ਦਿੱਤੀ ਹੋਈ ਹੈ ਕਿ ਕੰਜ਼ਿਊਮਰ ਦੇ ਨੀਡਸ ਨੂੰ ਗਰੁੱਪ ਕਰਨਾ, ਕਾਮਨ ਨੀਡਸ ਨੂੰ ਉਹਨਾਂ ਨੂੰ ਇੱਕ ਹੋਮੋਜੀਨੀਅਸ ਗਰੁੱਪ ਦੇ ਵਿੱਚ ਲੈ ਕੇ ਆਉਣਾ। ਸੈਗਮੈਂਟੇਸ਼ਨ ਇਜ਼ ਦ ਸਟੈਪਿੰਗ ਸਟੋਨ ਟੂ ਦ ਮਾਰਕੀਟ टारगेटिंग और टारगेट मार्केट नहीं अपना स्टेपिंग स्टोन मतलब आप एक स्टेयर है पहला सेगमेंटेशन दैन टारगेट मार्केटिंग। इट enables the marketing manager to target his market and selecting among the segments market parts on the basis of some definite criteria। ਉਹਨਾਂ ਨੂੰ ਪਤਾ ਚੱਲ ਜਾਂਦਾ ਹੈ ਮਾਰਕੀਟਿੰਗ ਮੈਨੇਜਰ ਨੂੰ ਕਿ ਹੁਣ ਉਹਨਾਂ ਨੇ ਕਿਹੜੇ ਸੈਗਮੈਂਟਸ ਵੱਲ ਜ਼ਿਆਦਾ ਧਿਆਨ ਦੇਣਾ ਹੈ, ਕੀ ਕ੍ਰਾਈਟੇਰੀਆ ਫੋਲੋ ਕਰਨਾ ਹੈ, ਕਿਵੇਂ ਦੀਆਂ ਨੀਡਸ ਲੈ ਕੇ ਆਉਣੀਆਂ ਨੇ, ਕਿਵੇਂ ਦੀਆਂ ਇਕਵਿਪਮੈਂਟਸ ਲੈ ਕੇ ਆਉਣੇ ਹੈ। Market targeting is the process of deciding and preparing the marketing program for market or markets। Market targeting ਇੱਕ process ਹੁੰਦਾ ਹੈ decide ਕਰਨ ਦਾ, prepare ਕਰਨ ਦਾ, marketing program for market or markets। market ਲਈ ਤੇ markets ਲਈ ਆਪਾਂ ਇੱਕ decide ਕਰਦੇ ਹਾਂ, prepare ਕਰਦੇ ਹਾਂ marketing program ਤੇ ਕਿ ਆਪਾਂ ਕਿਵੇਂ ਹੁਣ ਆਪਣੀ further activities ਨੂੰ ਅੱਗੇ move on ਕਰਾਂਗੇ। ਜਿੱਦਾਂ ਆਪਾਂ ਪਹਿਲਾਂ ਪਲੈਨਿੰਗ ਕਰਦੇ ਹਾਂ, ਕੰਟਰੋਲਿੰਗ ਕਰਦੇ ਹਾਂ, ਡਾਇਰੈਕਸ਼ਨ ਕਰਦੇ ਹਾਂ, ਉਵੇਂ ਇਹ ਵੀ ਇੱਕ ਪ੍ਰੋਸੈਸ ਹੈ ਪ੍ਰੋਪਰ, ਠੀਕ। Segment profiling is a major and constructive step in this direction of market targeting for understanding the size of segment। ਪਹਿਲਾਂ ਸਭ ਤੋਂ ਪਹਿਲਾਂ ਆਪਾਂ ਨੇ ਸੈਗਮੈਂਟ ਨੂੰ ਪ੍ਰੋਫਾਈਲ ਕਰਨਾ ਆਪਣੇ ਲਈ ਬਹੁਤ ਮੇਜਰ ਤੇ ਕੰਸਟਰਕਟਿਵ ਸਟੈਪ ਹੁੰਦਾ ਹੈ ਕਿਉਂਕਿ ਇੱਥੋਂ ਆਪਾਂ ਨੂੰ ਪਤਾ ਚੱਲਦਾ ਕਿ ਆਪਣੇ ਸੈਗਮੈਂਟ ਦਾ ਸਾਈਜ਼ ਕੀ ਹੈ, ਆਪਣੀ ਗਰੋਥ ਪੋਟੈਂਸ਼ੀਅਲ ਕੀ ਹੈ। ਆਪਣੇ ਸੈਗਮੈਂਟ ਸਟਰਕਚਰ ਜਿੰਨਾ ਅਟਰੈਕਟਿਵ ਹੋਏਗਾ ਉਨਾ ਹੀ ਆਪਾਂ ਨੂੰ ਲਾਰਜ ਪ੍ਰੋਫਿਟ ਮਿਲੇਗਾ ਕਿਉਂਕਿ ਲਾਰਜ ਟੂ ਲਾਰਜ ਆਰਗੇਨਾਈਜੇਸ਼ਨਸ ਚਾਹਣਗੀਆਂ, ਆਪਣੀ ਕੰਪਨੀਜ਼ ਚਾਹਣਗੇ, ਇੰਡੀਵਿਜੂਅਲਸ ਚਾਹਣਗੇ ਆਪਣੇ ਤੋਂ ਪ੍ਰੋਡਕਟ ਖਰੀਦਣਾ। ਤਾਂ ਜਿੰਨਾ ਆਪਣੇ ਸੈਗਮੈਂਟੇਸ਼ਨ ਇੱਕ ਅਟਰੈਕਟਿਵ ਹੋਏਗੀ ਤਾਂ ਉਨਾ ਹੀ ਆਪਣੇ ਆਪ ਪ੍ਰੋਫਿਟ ਹੋਏਗਾ। ਕੰਪਨੀ ਦਾ ਓਬਜੈਕਟਿਵ ਕੀ ਹੈ, ਕੰਪਨੀ ਕੋਲ ਕਿੰਨੇ ਹੀ ਰਿਸੋਰਸਿਸ ਹੈ। In fact, size and growth potential of a segment are more important। ਪਹਿਲਾਂ ਤੁਹਾਨੂੰ ਪਤਾ ਚੱਲਣਾ ਕਿ ਮਤਲਬ ਆਪਣੀ ਸੈਗਮੈਂਟ ਗਰੋਥਿੰਗ ਜਾ ਰਹੀ ਹੈ, ਸੈਗਮੈਂਟ ਦਾ ਸਾਈਜ਼ ਕੀ ਹੈ, ਲਾਰਜ ਹੈ, ਸਮੋਲ ਹੈ, ਇਹ ਜ਼ਿਆਦਾ ਇੰਪੋਰਟੈਂਟ ਹੈ। However, deciding about size of segment is more difficult। ਤੁਹਾਨੂੰ ਇਹ ਡਿਸਾਈਡ ਕਰਨਾ ਕਿ ਤੁਹਾਡੀ ਸੈਗਮੈਂਟ ਦਾ ਸਾਈਜ਼ ਕਿੰਨਾ ਹੋਏਗਾ ਇਹ ਸਭ ਤੋਂ ਜ਼ਿਆਦਾ ਡਿਫਿਕਲਟ ਹੁੰਦਾ। It may so happen that small segments may not be of much interest but small companies may prefer small segments। ਹੁਣ ਕੀ ਵੱਲ ਕੀ ਹੁੰਦਾ ਕਿ ਕਿਸੇ ਕੋਲ ਰਿਸੋਰਸਿਸ ਘੱਟ ਹੁੰਦੇ ਨੇ, ਪੈਸਾ ਘੱਟ ਹੁੰਦਾ ਤਾਂ ਸਮੋਲ ਜਿਹੜੇ ਸੈਗਮੈਂਟਸ ਹੁੰਦੇ ਨੇ ਉਹ ਮਤਲਬ ਇੰਨੀ ਜ਼ਿਆਦਾ ਆਪਾਂ ਕੀ ਕਰ ਸਕਦੇ ਹਾਂ ਉਹਨਾਂ 'ਤੇ ਮਤਲਬ ਉਹਨਾਂ 'ਚ ਇੰਨਾ ਇੰਟਰਸਟ ਨਹੀਂ ਹੁੰਦਾ, ਉਹਨਾਂ ਨੂੰ ਇੰਨਾ ਪ੍ਰੋਫਿਟ ਨਹੀਂ ਹੁੰਦਾ। ਬਟ ਸਮੋਲ ਕੰਪਨੀਜ਼ ਜਿਹੜੀਆਂ ਹੁੰਦੀਆਂ ਨੇ ਸਮੋਲ ਸੈਗਮੈਂਟਸ ਹੀ ਪ੍ਰੈਫਰ ਕਰਦੀਆਂ ਨੇ ਕਿਉਂ? ਕਿਉਂਕਿ ਉਹਨਾਂ ਕੋਲ ਇੰਨੇ ਜ਼ਿਆਦਾ ਰਿਸੋਰਸਿਸ ਨਹੀਂ ਹੁੰਦੇ, ਠੀਕ ਹੈ। ਦ ਸਾਈਜ਼ ਐਂਡ ਦ ਅਮਾਊਂਟ ਆਫ ਸੇਲ ਵੋਲੀਅਮ ਐਕਸਪੈਕਟਡ ਫਰੋਮ ਅ ਗਿਵਨ ਸੈਗਮੈਂਟ ਹੈਲਪਸ ਦ ਕੰਪਨੀ ਇਨ ਥੋਰੋਲੀ ਐਨਾਲਾਈਜ਼ਿੰਗ ਦ ਸੈਗਮੈਂਟ ਫॉर ਸਕਸੈਸਫੁਲ ਟਾਰਗੇਟਿੰਗ। ਹੁਣ ਅਗਰ ਆਪਾਂ ਐਸਟੀਮੇਟ ਕਰ ਲੈਂਦੇ ਹਾਂ ਕਿ ਦੈਨ ਆਪਾਂ ਨੇ ਸੈਗਮੈਂਟ ਬਣਾ ਲਿਆ ਕਿ ਆਪਣੀ ਕਿੰਨੀ ਸੇਲ ਹੋ ਜਾਏਗੀ, ਠੀਕ ਹੈ। ਥੋਰੋਲੀ ਆਪਾਂ ਰਿਵਾਈਜ਼ ਕਰ ਲੈਂਦੇ ਹਾਂ, ਕੰਪਨੀ ਐਨਾਲਾਈਜ਼ ਕਰ ਲੈਂਦੀ ਹੈ ਇਸਨੂੰ, ਬਜਟ ਇੱਕ ਆਪਾਂ ਮਤਲਬ ਬਜਟ ਬਣਾ ਲੈਂਦੇ ਹਾਂ ਦ ਸੈਗਮੈਂਟ ਫॉर ਸਕਸੈਸਫੁਲ ਟਾਰਗੇਟਿੰਗ। ਫਿਰ ਅਗਰ ਆਪਾਂ ਫਿਰ ਉਹ ਤੋਂ ਬਾਅਦ ਆਪਾਂ ਇੱਕ ਸੈਗਮੈਂਟ ਬਣਾ ਲੈਂਦੇ ਹਾਂ ਕਿ ਆਪਾਂ ਨੇ ਹੁਣ ਟਾਰਗੇਟਿੰਗ ਨੂੰ ਸਕਸੈਸਫੁਲ ਕਰਨਾ ਹੈ। ਨੈਚੁਰਲੀ all companies expect an above average increase in sales and profit। ਸਭ ਕੰਪਨੀਜ਼ ਐਕਸਪੈਕਟ ਕਰਦੀਆਂ ਨੇ ਕਿ ਸਾਨੂੰ ਐਵਰੇਜ ਤੋਂ ਵੱਧ ਕੇ ਸਾਨੂੰ ਸੇਲਸ ਹੋਵੇ, ਸਾਡੀਆਂ ਤੇ ਪ੍ਰੋਫਿਟਸ ਹੋਣ। that is why they prefer segments with growth potential। ਤਾਂ that is why they prefer ਕਿ ਸੈਗਮੈਂਟ ਸਾਡੀ ਗਰੋਥ ਹੀ ਰੱਖੇ always। it is equally true that the competitors are equally tempted by increased sale and profits। ਹੁਣ ਮਤਲਬ ਇਹ ਆਪਾਂ ਇਹ ਵੀ ਨਹੀਂ ਕੰਪੀਟੀਟਰਸ ਨੂੰ ਵੀ ਨਹੀਂ ਆਪਣੇ ਛੱਡ ਸਕਦੇ। ਵੀ ਆਰ ਨਾਟ ਇਨ ਅ ਮੋਨੋਪੋਲਿਸਟਿਕ ਮਾਰਕੀਟ ਦੈਨ ਕਿ ਆਪਣਾ ਹੀ ਸਭ ਕਿਤੇ ਰੂਲ ਹੋਵੇ, ਨਹੀਂ। ਆਪਣੀ ਮਤਲਬ ਮਾਰਕੀਟ ਦੇ ਵਿੱਚ ਕੰਪੀਟੀਟਰਸ ਵੀ ਹੁੰਦੇ ਨੇ, ਉਹਨਾਂ ਨੂੰ ਵੀ ਇਕੁਅਲੀ ਹੋਏਗਾ ਕਿ ਸਾਡੀ ਇਕੁਅਲੀ ਸੇਲਸ ਹੋਣ ਅਤੇ ਪ੍ਰੋਫਿਟਸ ਹੋਣ। The factors that play significant role in the process of targeting are ਹੁਣ ਆਪਣੇ ਫੈਕਟਰਸ ਨੇ ਜੋ ਸਿਗਨੀਫਿਕੈਂਟ ਰੋਲ ਪਲੇ ਕਰਦੇ ਨੇ ਟਾਰਗੇਟਿੰਗ ਦੇ ਵਿੱਚ। ਸੈਗਮੈਂਟਸ ਅਟਰੈਕਟਿਵਨੈਸ ਵਿਚ ਫੋਕਸਿਸ ਇਟਸ ਅਟੈਂਸ਼ਨ ਔਨ ਪ੍ਰੋਫਿਟੇਬਿਲਿਟੀ। ਜਿੰਨਾ ਸੈਗਮੈਂਟ ਆਪਣਾ ਅਟਰੈਕਟਿਵ ਹੋਏਗਾ ਉਨੇ ਹੀ ਲੋਕ ਆਪਣੇ ਸੈਗਮੈਂਟ ਵੱਲ ਅਟਰੈਕਟ ਹੋਣਗੇ ਤਾਂ ਉਨਾ ਹੀ ਆਪਣਾ ਪ੍ਰੋਫਿਟ ਹੋਏਗਾ। ਸੈਗਮੈਂਟ ਅਟਰੈਕਟਿਵਨੈਸ ਆਪਾਂ ਮੋਰ ਤੇ ਲੈਸ ਏਰੀਆ ਦੇ ਵਿੱਚ ਕਰ ਸਕਦੇ ਹਾਂ। ਅਗਰ ਆਪਣਾ ਮੋਰ ਏਰੀਆ ਦੇ ਵਿੱਚ ਸੈਗਮੈਂਟ ਹੋਏਗਾ ਤਾਂ ਲੋਕ ਆਪਣੇ ਜ਼ਿਆਦਾ ਰਿਕਗਨਾਈਜ਼ ਕਰਨਗੇ ਅਤੇ ਆਪਾਂ ਨੂੰ ਪ੍ਰੋਫਿਟ ਜ਼ਿਆਦਾ ਹੋਏਗਾ। ਅਗਰ ਆਪਣਾ ਲੈਸ ਏਰੀਆ ਦੇ ਵਿੱਚ ਹੋਏਗਾ ਤਾਂ ਆਪਾਂ ਨੂੰ ਲੈਸ ਪ੍ਰੋਫਿਟ ਹੋਣਗੇ ਅਤੇ ਆਪਣਾ ਮਤਲਬ ਅਟਰੈਕਟਿਵਨੈਸ, ਆਪਣੀ ਅਟੈਂਸ਼ਨ ਆਪਣੇ ਲੋਕਾਂ ਨੂੰ ਘੱਟ ਮਿਲੇਗੀ। ਕੀਪਿੰਗ ਕੰਪੀਟੀਟਰਸ ਐਟ ਬੇ ਇਜ਼ ਮੋਰ ਇੰਪੋਰਟੈਂਟ।
ਕੰਪੀਟੀਟਰਸ ਨੂੰ ਆਪਣਾ ਐਜ਼ ਅ ਕੰਪੀਟੀਸ਼ਨ ਰੱਖਣਾ ਆਪਣੇ ਲਈ ਜ਼ਿਆਦਾ ਇੰਪੋਰਟੈਂਟ ਹੋ ਜਾਂਦਾ ਹੈ ਐਟ ਟਾਈਮਸ ਐਂਡ ਹੈਂਸ ਪ੍ਰੋਫਿਟੇਬਿਲਿਟੀ ਐਂਡ ਪ੍ਰੋਫਿਟ ਗੈਟ ਸੈਕਿੰਡ ਪਲੇਸ। ਹੁਣ ਉਹਨਾਂ ਨੂੰ ਆਪਾਂ ਨੇ ਕੰਪੀਟ ਕਰਨਾ, ਇਹ ਆਪਣਾ ਫਸਟ ਟਾਰਗੇਟ ਹੋਏਗਾ। ਪ੍ਰੋਫਿਟੇਬਿਲਿਟੀ ਤੇ ਪ੍ਰੋਫਿਟ ਆਪਣਾ ਹੁਣ ਸੈਕਿੰਡ ਪਲੇਸ ਦੇ ਵਿੱਚ ਆਉਣਾ ਚਾਹੀਦਾ। ਪਹਿਲਾਂ ਆਪਾਂ ਨੇ ਕੰਪੀਟੀਟਰਸ ਨੂੰ ਆਪਣਾ ਦੇਖਣਾ ਹੈ ਕਿ ਆਪਣੇ ਕੰਪੀਟੀਟਰਸ ਕੌਣ ਨੇ, ਉਹਨਾਂ ਦੇ ਵਿੱਚ ਧਿਆਨ ਰੱਖਣਾ ਆਪਾਂ ਨੇ। ਦ ਕੰਪਨੀ ਆਬਜੈਕਟਿਵ ਐਂਡ ਇਟਸ ਰਿਸੋਰਸਿਸ, ਕੰਪਨੀ ਦਾ ਆਬਜੈਕਟਿਵ ਕੀ ਹੈ, ਕੰਪਨੀ ਨੇ ਕੀ ਅਚੀਵ ਕਰਨਾ, ਕੰਪਨੀ ਦੇ ਕੀ ਗੋਲਸ ਨੇ, ਕੰਪਨੀ ਕੋਲ ਕਿੰਨੇ ਰਿਸੋਰਸਿਸ ਨੇ, ਹਾਈ ਰਿਸੋਰਸਿਸ ਨੇ, ਘੱਟ ਰਿਸੋਰਸਿਸ ਨੇ, ਸਮਾਲ ਐਂਟਰਪ੍ਰੇਨਿਓਰ ਹੈ, ਲਾਰਜ ਐਂਟਰਪ੍ਰੇਨਿਓਰ ਹੈ, ਕਿਵੇਂ ਦੀ ਚੀਜ਼ਾਂ ਨੇ। It may so happen that a particular segment may offer a wide range of opportunities to the company. ਇਹ ਹੋ ਸਕਦਾ ਹੈ ਕਿ ਇੱਕ ਸੈਗਮੈਂਟ ਬਹੁਤ ਜ਼ਿਆਦਾ ਰੇਂਜ ਆਫ ਓਪਰਚੁਨਿਟੀਜ਼ ਪ੍ਰੋਵਾਈਡ ਕਰੇ ਕੰਪਨੀ ਨੂੰ, ਬਟ ਕੰਪਨੀ ਮੇ ਨੋਟ ਹੈਵ ਰਿਸੋਰਸਿਸ। ਹੁਣ ਅਗਰ ਆਪਾਂ ਨੇ ਇੱਕ ਸੈਗਮੈਂਟ ਬਣਾ ਲਿਆ ਕਿ ਅਗਰ ਆਪਾਂ ਨੇ ਹਾਈ ਇਨਕਮ ਦੇ ਲੋਕਾਂ ਵਾਸਤੇ ਕਾਰ ਬਣਾਉਣੀ ਹੈ, ਬਹੁਤ ਕੁਛ ਹੈ, ਮਤਲਬ ਡਿਫਰੈਂਟ ਕਾਰਸ ਆਉਂਦੀਆਂ ਨੇ, ਕਿੰਨੀਆਂ ਕਿੰਨੀਆਂ ਮਹਿੰਗੀਆਂ ਕਾਰਸ ਆਉਂਦੀਆਂ ਨੇ, ਉਹਨਾਂ ਕੋਲ ਬਹੁਤ ਕੁਛ ਹੈ, ਅਪੋਰਚੁਨਿਟੀਜ਼ ਬਹੁਤ ਰੇਂਜ ਹੈ ਕੰਪਨੀ ਨੂੰ ਦੇਣ ਲਈ, ਬਟ ਕੰਪਨੀ ਕੋਲ ਕੀ ਹੁੰਦਾ, ਸਫੀਸ਼ੀਐਂਟ ਰਿਸੋਰਸਿਸ ਨਹੀਂ ਹੈਗੇ ਜਿੰਨਾ ਉੱਤੇ ਉਹ ਇਨਵੈਸਟ ਕਰ ਸਕੇ। ਦੈਨ ਇਟ ਸ਼ੁੱਡ ਲਿਮਿਟ ਦ ਸਿਲੈਕਸ਼ਨ ਆਫ ਸੈਗਮੈਂਟੇਟਿਡ ਮਾਰਕੀਟਸ। ਫਿਰ ਉਹਨਾਂ ਨੂੰ ਆਪਣੀ ਕੀ ਕਰਨੀ ਪੈਂਦੀ ਹੈ, ਲਿਮਿਟੇਸ਼ਨ ਰੱਖਣੀ ਪੈਂਦੀ ਹੈ, ਓਨਾ ਹੀ ਸੈਗਮੈਂਟ ਸਿਲੈਕਟ ਕਰਨਾ ਚਾਹੀਦਾ ਕਿ ਜੋ ਕੰਪਨੀ ਦੇ ਰਿਸੋਰਸਿਸ ਲਈ ਆਪਣਾ ਬੈਨੀਫੀਸ਼ੀਅਲ ਰਵੇ। ਦ ਓਬਜੈਕਟਿਵ ਆਫ ਦ ਆਰਗੇਨਾਈਜੇਸ਼ਨ ਇਜ਼ ਆਲਸੋ ਟੂ ਡਿਸਾਈਡ ਦ ਸਿਲੈਕਸ਼ਨ ਆਫ ਸੈਗਮੈਂਟਸ। ਠੀਕ ਹੈ, ਓਬਜੈਕਟਿਵ ਇੱਕ ਆਰਗੇਨਾਈਜੇਸ਼ਨ ਦਾ ਇਹ ਵੀ ਹੋਣਾ ਚਾਹੀਦਾ ਹੈ ਕਿ ਤੁਸੀਂ ਸੈਗਮੈਂਟਸ ਨੂੰ ਪ੍ਰੋਪਰਲੀ ਤਰੀਕੇ ਨਾਲ ਸਿਲੈਕਟ ਕਰੋ। If the segments do not allow the company to realize its objective, it has no option but to limit the targeting। ਅਗਰ ਆਪਣੀ ਸੈਗਮੈਂਟ ਕੰਪਨੀ ਨੂੰ ਅਲਾਉ ਨਹੀਂ ਕਰ ਰਹੀ ਕਿ ਤੁਸੀਂ ਆਪਣਾ ਓਬਜੈਕਟਿਵ ਮਤਲਬ ਰੀਅਲਾਈਜ਼ ਕਰੋ, ਠੀਕ ਹੈ, ਕੋਈ ਅਗਰ ਆਪਾਂ ਨੂੰ ਨਹੀਂ ਅੱਛਾ ਪ੍ਰੋਵਾਈਡ ਕਰ ਰਿਹਾ ਤਾਂ ਉਹਨਾਂ ਕੋਲ ਕੋਈ ਆਪਸ਼ਨ ਨਹੀਂ ਰਹਿੰਦਾ, ਉਹਨਾਂ ਨੂੰ ਆਪਣੇ ਟਾਰਗੇਟ ਨੂੰ ਕੀ ਕਰਨਾ ਚਾਹੀਦਾ, ਫਿਰ ਲਿਮਿਟ ਰੱਖਣੀ ਚਾਹੀਦੀ ਹੈ ਉਹਨਾਂ ਟਾਰਗੇਟਿੰਗ 'ਤੇ। ਆਫਟਰ ਇਵੈਲੂਏਟਿੰਗ, ਹੁਣ ਤੁਸੀਂ ਇਵੈਲੂਏਟ ਕਰ ਲਿਆ, ਸਿਲੈਕਟ ਕਰ ਲਿਆ ਮਾਰਕੀਟ ਸੈਗਮੈਂਟਸ, ਦ ਕੰਪਨੀ ਮੇ ਨਾਓ ਡਿਸਾਈਡ ਐਜ਼ ਹਾਊ ਟੂ ਕਵਰ ਸੈਗਮੈਂਟ ਸਿਲੈਕਟਿਡ ਦ ਟਾਰਗੇਟ ਮਾਰਕੀਟ। ਹੁਣ ਆਪਾਂ ਨੇ ਮਾਰਕੀਟ ਨੂੰ ਟਾਰਗੇਟ ਕਰ ਲਿਆ, ਫਿਰ ਆਪਾਂ ਨੇ ਦੇਖਣਾ ਕਿ ਕਿਵੇਂ ਇਹਨਾਂ ਨੂੰ ਆਪਾਂ ਹੁਣ ਟਾਰਗੇਟਸ ਨੂੰ ਕਵਰ ਕਰਾਂਗੇ, ਸੈਗਮੈਂਟਸ ਨੂੰ ਕਿਵੇਂ ਕਵਰ ਕਰਨਾ ਹੈ। ਦ ਸਕਸੈਸਫੁਲ ਸੈਗਮੈਂਟੇਸ਼ਨ ਲੀਡਸ ਦ ਵੇ ਫॉर ਸਾਊਂਡ ਐਂਡ ਇਫੈਕਟਿਵ ਟਾਰਗੇਟਿੰਗ ਆਫ ਮਾਰਕੀਟਸ ਐਂਡ ਮਾਰਕੀਟਸ। ਅਗਰ ਆਪਣੀ ਸੈਗਮੈਂਟੇਸ਼ਨ ਆਪਾਂ ਪ੍ਰੋਪਰਲੀ ਤਰੀਕੇ ਨਾਲ ਸਕਸੈਸਫੁਲ ਰੱਖਾਂਗੇ, ਪ੍ਰੋਪਰ ਆਪਣੇ ਰਿਸੋਰਸਿਸ ਕਿੰਨੇ ਨੇ, ਕਿੰਨਾ ਆਪਣੇ ਪ੍ਰੋਫਿਟ ਹੈ, ਕਿੰਨੇ ਕੰਪੀਟੀਟਰਸ ਨੇ, ਕਿੰਨੀ ਅਟਰੈਕਟਿਵਨੈਸ ਰੱਖਣੀ ਹੈ, ਫਿਰ ਆਪਣੀ ਟਾਰਗੇਟਿੰਗ ਇਫੈਕਟਿਵ ਹੁੰਦੀ ਹੈ। Target market is one which the company serves or decides to serve। Target market ਦੇ ਵਿੱਚ ਕੀ ਹੁੰਦਾ ਹੈ, is one which the company serve, ਕਿਹੜੀ ਕੰਪਨੀ ਸਰਵ ਕਰ ਰਹੀ ਹੈ, ਐਂਡ ਡਿਸਾਈਡਸ ਟੂ ਸਰਵ, ਐਂਡ ਡਿਸਾਈਡ ਕਰਦੀ ਹੈ ਕਿ ਅਸੀਂ ਹੁਣ ਸਰਵ ਕਰਾਂਗੇ, ਲੋਕਾਂ ਨੂੰ ਚੀਜ਼ਾਂ ਦੇਵਾਂਗੇ। Target market implies selecting one or more market segments or consumer groups for marketing approach and marketing program and policies। ਟਾਰਗੇਟ ਮਾਰਕੀਟ 'ਚ ਸਾਰੀ ਟਾਰਗੇਟ ਮਾਰਕੀਟਸ ਦੀ ਹੀ ਡੈਫੀਨੇਸ਼ਨਸ ਹੋ ਗਈਆਂ। ਐਕਸਪਲੇਨ ਕਰਨਾ ਆਪਾਂ ਟਾਰਗੇਟ ਮਾਰਕੀਟਸ ਨੂੰ ਹੀ ਆਪਾਂ ਐਵੇਂ ਅੱਛੇ ਤਰੀਕੇ ਨਾਲ ਐਕਸਪਲੇਨ ਕਰਾਂਗੇ। ਟਾਰਗੇਟ ਮਾਰਕੀਟਸ ਆਪਾਂ ਇੰਪਲਾਈ ਕਰਦੇ ਹਾਂ ਇੱਕ ਤੋਂ ਵੱਧ ਸੈਗਮੈਂਟਸ ਨੂੰ, ਕੰਜ਼ਿਊਮਰ ਗਰੁੱਪਸ ਨੂੰ, ਉਹਨਾਂ ਲਈ ਕੀ ਆਪਾਂ ਨੇ ਮਾਰਕੀਟਿੰਗ ਅਪਰੋਚ ਰੱਖਣੀ ਹੈ, ਕੀ ਆਪਾਂ ਨੇ ਮਾਰਕੀਟਿੰਗ ਪ੍ਰੋਗਰਾਮ ਬਣਾਉਣੇ ਨੇ, ਕੀ ਪਾਲਿਸੀਜ਼ ਬਣਾਉਣੀਆਂ ਨੇ, ਠੀਕ ਹੈ। ਟਾਰਗੇਟ ਮਾਰਕੀਟ ਲੈਂਡ ਟੂ ਅ ਡੈਫੀਨਿਟ ਓਰੀਐਂਟੇਸ਼ਨ ਟੂ ਮਾਰਕੀਟਿੰਗ ਡਿਸੀਜ਼ਨ ਵਿਚ ਫਾਈਨਲੀ ਹੈਲਪਸ ਇਨ ਪੋਜੀਸ਼ਨਿੰਗ ਦ ਪ੍ਰੋਡਕਟਸ ਆਫ ਇਟਸ ਓਨ। ਟਾਰਗੇਟ ਮਾਰਕੀਟ ਆਪਾਂ ਨੂੰ ਹੈਲਪ ਕਰਦੀ ਹੈ ਕਿ ਆਪਾਂ ਇੱਕ ਪਰਟੀਕੂਲਰ ਪ੍ਰੋਡਕਟ ਨੂੰ ਪੋਜੀਸ਼ਨ ਕਰੀਏ, ਉਸ ਦੇ ਅਕੋਰਡਿੰਗ ਆਪਾਂ ਫਿਰ ਮਾਰਕੀਟ ਡਿਸਾਈਡ ਕਰੀਏ, ਉਸ ਦੇ ਅਕੋਰਡਿੰਗ ਆਪਾਂ ਫਿਰ ਅੱਗੇ ਮਾਰਕੀਟਿੰਗ ਮਿਕਸ ਆਪਾਂ ਲਗਾਈਏ, ਟਾਰਗੇਟ ਅਗਰ ਆਪਣਾ ਜਦੋਂ ਅਚੀਵ ਹੋ ਗਿਆ ਪ੍ਰੋਪਰ। ਨੈਕਸਟ ਆਪਾਂ ਕੱਲ੍ਹ ਦੀ ਕਲਾਸ ਦੇ ਵਿੱਚ ਆਲਟਰਨੇਟਿਵ ਮਾਰਕੀਟ ਟਾਰਗੇਟਿੰਗ ਸਟ੍ਰੈਟੇਜੀਜ਼ ਔਰ ਮੈਥਡਸ ਰੀਡ ਕਰਾਂਗੇ। ਇਹ ਸਭ ਤੋਂ ਇੰਪੋਰਟੈਂਟ ਹੈ। ਅਨਡਿਫਰੈਂਟਿਡ ਮਾਰਕੀਟ, ਠੀਕ ਹੈ, ਇਹ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ। ਡਿਫਰੈਂਟਿਡ ਮਾਰਕੀਟ, ਕੰਸਨਟ੍ਰੇਟਿਡ ਮਾਰਕੀਟ, ਓਕੇ। ਨੈਕਸਟ ਆਪਣਾ ਜੋ ਵੀ ਆਪਣਾ ਟੌਪਿਕ ਹੋਏਗਾ ਆਪਾਂ ਕਵਰ ਅਪ ਕਰਾਂਗੇ ਉਸ ਚੀਜ਼ ਨੂੰ, ਠੀਕ ਹੈ। ਥੈਂਕ ਯੂ ਸੋ ਮਚ।